Okay. ਸੋ ਸਾਡੇ ਨਾਲ ਡਾਕਟਰ ਜਸਵਿੰਦਰ ਸਰ ਨੇ। ਸਰ ਇਜ਼ ਅ ਨੈਸ਼ਨਲ ਅਵਾਰਡੀ ਫਿਜ਼ਿਕਸ ਲੈਕਚਰਰ ਨੇ ਇਸ ਟਾਈਮ ਕਲਿਆਣ ਸਕੂਲ ਦੇ ਵਿੱਚ। ਸਰ ਦਾ ਪ੍ਰੋਜੈਕਟ ਜਿਹੜਾ ਹੈ ਲੈਬ ਔਨ ਵੀਲਸ, ਜਿਹੜਾ ਬਹੁਤ ਫੇਮਸ ਹੈ ਪੰਜਾਬ 'ਚ ਵੀ ਨਹੀਂ, ਨੈਸ਼ਨਲ ਲੈਵਲ ਤੇ ਹੀ ਸਰ ਬਹੁਤ ਜਗ੍ਹਾ ਦੇ ਉੱਤੇ ਸਰ ਜਿਹੜੇ ਨੇ ਆਪਣੀ ਉਸ ਲੈਬ ਨੂੰ ਲੈ ਕੇ ਗਏ ਨੇ। ਬੱਚਿਆਂ ਦੇ ਨਾਲ ਸਾਡੀ ਬਹੁਤ ਹੀ ਇੰਟਰੈਕਸ਼ਨ ਹੈ। ਸਾਡੇ ਸਾਰੇ ਜ਼ਿਲ੍ਹੇ ਦੇ, ਮੈਨੂੰ ਲੱਗਦਾ ਕਿ ਕੋਈ ਵੀ ਸਾਇੰਸ ਟੀਚਰ ਛੱਡੋ, ਹਰ ਟੀਚਰ ਦੇ ਮੈਂਟਰ ਨੇ ਸਰਦਾਰ ਜਸਵਿੰਦਰ ਸਿੰਘ ਜੀ, ਡਾਕਟਰ ਜਸਵਿੰਦਰ ਸਰ ਜੀ। ਵੀ ਵੈਲਕਮ ਯੂ ਸਰ। ਇਸ ਸੈਸ਼ਨ ਦੇ ਵਿੱਚ ਸਾਡੇ ਕੋਲ ਤਰਨਤਾਰਨ, ਅੰਮ੍ਰਿਤਸਰ ਤੇ ਪਟਿਆਲਾ ਦੇ ਬਲਾਕ ਮੈਨੇਜਰਸ ਜਿਹੜੇ ਨੇ ਜੁੜੇ ਹੋਏ ਨੇ। ਮੈਂ ਉਹਨਾਂ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਫਿਰ ਤੋਂ ਜੀ ਆਇਆਂ ਆਖਦੀ ਹਾਂ। ਵੈਲਕਮ ਸਰ। थैंक यू प्लीज, थैंक यू, सो नाइस ऑफ यू गगन मैम। बहुत अच्छा लगता है जो टीचर्स नाल मुलाकात करन दा समा बनता है और ऐसे टीचर्स जिन्होंने बाकमाल कमांड संभाली हुई है और अपने जिहड़े सिक्ख्या महकमे की जिहड़ी शान है उसनूं होर उच्चा कर रहे हैं दिन ब दिन। ते ऐसे नाजुक समय दे विच भी उन्हां दे विच इन्नी मतलब झील है कि डिवोशन मैं समझदा इन्नी है कि वो एक मिनट सेकंड भी वेला नहीं बैठ सकते। साडे टीचर्स की बड़ी वड्डी खासियत है कि वो जो कुछ भी करते हैं ना अपने दिलों करते हैं, जे करते हैं तो इस तरह मैनू अज बड़ा अच्छा लग्या कि तुसीं मैनू इनवाइट किया इत्थे। ते मैं इन्ने टीचर्स जिहड़े हैगे हैं बहुत ही रिस्पैक्टेड टीचर्स उन्हां नाल मुलाकात कर रहे हैं। तो कईयां दे मैं चेहरे फैमिलीयर भी हाँ, मैं जानदा उन्हां नूं और उन्हां नूं मिलिया भी हाँ। अच्छा लगता मैनू। तो मैं जिहड़ा ये तुसीं प्रोजैक्ट की गल कर रहे सी, ये प्रोजैक्ट जिहड़ा हैगा ये कित्थों शुरू होया, ये तुहाडे नाल मैं सांझ पावांगा इस गल दी कि प्रोजैक्ट करन दे लई जिहड़ा भी मैं काम अपनी जिंदगी दे विच शुरू कीता वो काम शुरू होया तो सिर्फ अपने क्लासरूम चों शुरू होया। जिवें मैं हुण थोड़ी देर पहलां तुहाडे नाल जुड़िया होया सी, मैं सुन रहा सीगा ते आई डू, वी डू, यू डू, है ना। तो मतलब ਉਹਦੇ ਵਿੱਚ ਕੀ ਸੀਗਾ ਕਿ ਪਹਿਲਾਂ ਸਾਨੂੰ ਆਪਣੀ ਪਲੈਨਿੰਗ ਕਰਨੀ ਪੈਂਦੀ ਹੈ ਕਿ ਮੈਂ ਕਰਨਾ ਹੈ ਤੇ ਕੀ ਕਰਾਂਗਾ, ਲੇਕਿਨ ਉਹ ਕਰਨਾ ਤੇ ਕੀ ਕਰਾਂਗੇ ਤੁਹਾਡੇ ਹੱਥ ਨਹੀਂ ਹੁੰਦਾ, ਉਹ ਹੁੰਦਾ ਬੱਚਿਆਂ ਦੇ ਹੱਥ। ਬੱਚਿਆਂ ਦੇ ਹੱਥ ਕਿਸ ਤਰ੍ਹਾਂ ਹੁੰਦਾ, ਬੱਚੇ ਤੁਹਾਨੂੰ मतलब ਵੀ ਉਹ ਵੇਵਸ ਭੇਜਦੇ ਆ ਕਿ ਸਰ ਮੈਡਮ ਅਸੀਂ ਕੁਝ ਇਸ ਤਰ੍ਹਾਂ ਦਾ ਕਰਨਾ ਚਾਹੁੰਦੇ ਆ ਕਿ ਇਹ ਹੋ ਸਕਦਾ, ਲੇਕਿਨ ਉਹ ਬੋਲਦੇ ਨਹੀਂ ਹੈਗੇ। लेकिन वो वेव्स जो ਤੁਹਾਡੇ ਕੋਲ ਪਹੁੰਚਦੀਆਂ ਹੈ तो वेव्स तो ਤੁਸੀਂ ਪਹਿਚਾਨ ਕਰਦੇ ਹੋ क्योंकि ਤੁਸੀਂ ਬੜੇ ਐਕਸਪੀਰੀਅੰਸ ਹੈਂਡ ਹੁੰਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਹੈ। ਕੁਝ ਲੋਕ ਹੈ ਜਿਹੜੇ ਉਹ ਫੇਸ ਰਿਕਗਨੀਸ਼ਨ ਤੋਂ ਪਤਾ ਕਰ ਲੈਂਦੇ ਆ ਵੀ ਅੱਜ ਮੇਰਾ ਸਟੂਡੈਂਟ ਕੀ ਚਾਹੁੰਦਾ, ਤਾਂ ਉਸ ਤੇ ਉੱਤੋਂ ਜਦੋਂ ਉਸ ਨੂੰ ਪਤਾ ਲੱਗਦਾ ਨਾ ਇਸ ਗੱਲ ਦਾ ਕਿ ਹਾਂ ਮੇਰੇ ਸਟੂਡੈਂਟਸ ਨੂੰ ਕੀ ਸਿਖਾਉਣਾ ਹੈ, ਕਿਵੇਂ ਸਿਖਾਉਣਾ ਹੈ, ਉਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਜੁੜ ਜਾਂਦੇ ਹਾਂ। ਤਾਂ ਉਹ ਜੁੜਨ ਤੋਂ ਬਾਅਦ ਫਿਰ ਜਦੋਂ ਉਹ ਤੇ ਟੀਚਰ ਇਕੱਠੇ ਹੋ ਜਾਂਦੇ ਆ ਤਾਂ ਫਿਰ ਨੈਕਸਟ ਸਟੈਪ ਆ ਜਾਂਦਾ। फिर उस तो बाद फिर उन्होंने असाइनमेंट्स दी जाती है, वो तीसरा स्टैप आ जाता है। तो मैंने बड़ा ही अच्छा लग रहा सीगा, मैं इंजॉय भी कर रहा सी तुहाडा जिहड़ा चल रहा सीगा सैशन। ते हुण जिथे गल करदे हां असीं कि मैं तुहानूं सिर्फ ते सिर्फ ये गल शेयर करनी चाहना कि जदों भी टीचर ने अपने क्लासरूम दे विच जाना है डेली, तो उहदे कोल हर रोज़ नवीं चीज़ हुंदी है कोई ना कोई। तो उस नवीं चीज़ नूं किस तरह दे नाल उसने प्रेजेंट करना है, ਬੱਚੇ ਉਸ ਦੇ ਉੱਤੇ ਫੋਕਸ ਕਿਵੇਂ ਹੋਣਗੇ, ਬੱਚੇ ਉਸ ਦੇ ਗੱਲ ਵੱਲ ਕਿਸ ਤਰ੍ਹਾਂ ਦੇ ਨਾਲ ਕਨਸੈਂਟਰੇਸ਼ਨ ਦੇ ਨਾਲ ਸੁਣਨਗੇ, ਬੱਚੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਣਗੇ। ਕੁਝ ਬੱਚਿਆਂ ਦਾ ਧਿਆਨ ਉਹਦੀ ਡਰੈਸ, ਟੀਚਰ ਦੀ ਡਰੈਸ ਤੇ ਹੋਊਗਾ, ਕੁਝ ਦਾ ਧਿਆਨ ਹੋਊਗਾ ਕਿ ਟੀਚਰ ਅੱਜ ਬਲੈਕ ਬੋਰਡ ਤੇ ਕੀ ਲਿਖ ਰਿਹਾ, ਟੀਚਰ ਨੇ ਜਿਹੜੀ ਫਾਰਮੇਸ਼ਨ ਆਫ ਵਰਡਸ ਹੈ ਜਾਂ ਅਲਫਾਬੈਟਸ ਹੈ ਜਾਂ ਡਿਜਿਟਸ ਹੈ ਉਹ ਕਿੱਦਾਂ ਦੀ ਕੀਤੀ ਹੈ। मतलब हर एक एक्शन तो ਤੁਹਾਡੇ ਹਰ ਇੱਕ ਐਕਸ਼ਨ ਦੀ ਆਬਜ਼ਰਵੇਸ਼ਨ ਹੋ ਰਹੀ ਹੈ ਔਰ ਜਿਹੜਾ ਤੁਹਾਡਾ ਸਟੂਡੈਂਟ ਹੈ ਉਹ ਤੁਹਾਡੇ ਵਰਗਾ ਬਣਨ ਦੀ ਇੱਛਾ ਲੈ ਕੇ ਮਨ ਦੇ ਵਿੱਚ ਬੈਠਾ ਹੋਇਆ ਕਲਾਸਰੂਮ ਦੇ ਵਿੱਚ। ਤਾਂ ਉਸ ਇੱਛਾ ਨੂੰ ਜਿਹੜਾ ਉਹ ਜ਼ਾਹਿਰ ਤਾਂ ਨਹੀਂ ਕਰ ਰਿਹਾ, ਲੇਕਿਨ ਤੁਸੀਂ ਸਮਝ ਰਹੇ ਹੋ ਉਸ ਦੀ ਭਾਵਨਾ ਨੂੰ ਕਿ ਮੇਰਾ ਜਿਹੜਾ ਸਟੂਡੈਂਟ ਹੈ ਉਹ ਮੇਰੇ ਵੱਲ ਦੇਖ ਰਿਹਾ ਹੈ ਨਾ। ਤਾਂ ਕਈ ਵਾਰੀ ਸਾਨੂੰ ਹੁੰਦਾ ਵੀ ਮੇਰਾ ਸਟੂਡੈਂਟ ਹੈ ਜਿਹੜਾ ਮੇਰੇ ਵੱਲ ਦੇਖ ਰਿਹਾ ਤਾਂ ਕਿਉਂ ਇਸ ਤਰ੍ਹਾਂ ਦੇਖ ਰਿਹਾ है ना। तो जो असी देखते हैं सम स्टूडेंट्स आर नोडिंग देयर हेड्स लाइक दिस कि ओ टीचर आई गॉट इट, तो उन्होंने पता फिर मजा आता है, टीचर को लगता भी हाँ हुण मेरा लैसन है जिहड़ा ठीक डायरैक्शन दे विच जा रहा है ना। तो तुसीं गल कर रहे सीगे कि जिहड़ा लैसन प्लान करना है उस तो बाद उसनूं किस तरह दे नाल प्रेजेंट करना है, फिर उस दे विच डैमोनस्ट्रेशनस आउणगीआं, फिर उस दे विच स्टूडेंट्स किस तरह करनगे उस चीज़ नूं सारी नूं। तां स्टूडेंट्स नूं करवाउण दे लई एक मैथड मैं 1996 ਦੇ ਵਿੱਚ ਯੂਜ਼ ਕੀਤਾ ਸੀਗਾ
ਤਾਂ ਉਸ ਮੈਥਡ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹ ਮੈਥਡ ਕੀ ਸੀਗਾ ਕਿ ਮੈਨੂੰ 6th ਕਲਾਸ ਮਿਲੀ, ਠੀਕ ਹੈ, ਹੁਣ ਅਸੀਂ ਵੱਡੀਆਂ ਕਲਾਸਾਂ ਪੜ੍ਹਾਉਂਦੇ ਹਾਂ, ਲੇਕਿਨ ਮੈਂ ਇਹ ਗੱਲ ਤੁਹਾਨੂੰ ਸ਼ੋਰਲੀ ਕਹਿਣਾ ਚਾਹੁੰਦਾ, ਆਪਣੇ ਐਕਸਪੀਰੀਅੰਸ ਤੋਂ ਕਹਿਣਾ ਚਾਹੁੰਦਾ ਕਿ ਜੇ ਕਿਸੇ ਟੀਚਰ ਨੇ ਕੁਝ ਸਿੱਖਣਾ ਹੈ ਤਾਂ ਹਰ ਇੱਕ ਟੀਚਰ ਇੱਕ 6th ਕਲਾਸ ਜ਼ਰੂਰ ਪੜ੍ਹਾਇਆ ਕਰੋ। ਬਸ ਜੇ ਟੀਚਰ, ਹੁਣ ਵੀ ਮੇਰਾ ਦਿਲ ਕਰਦਾ ਹੁੰਦਾ, ਹੁਣ ਮੈਂ 6th ਕਲਾਸ ਚਲਾ ਜਾਂਦਾ, ਬੇਸ਼ੱਕ ਮੈਂ +1 +2 ਫਿਜ਼ਿਕਸ ਪੜ੍ਹਾਉਣਾ, ਪਰ ਮੈਂ ਕਹਿ ਕੇ ਪ੍ਰਿੰਸੀਪਲ ਮੈਮ ਨੂੰ ਕਿ 6th ਕਲਾਸ ਮੈਨੂੰ ਇੱਕ ਦਿਨ ਲਈ ਜ਼ਰੂਰ ਦਿਓ ਹਫਤੇ ਦੇ ਵਿੱਚ। ਤਾਂ ਮੈਨੂੰ ਉਹਨਾਂ ਤੋਂ ਕੀ ਮਿਲਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ। ਤੇ ਇੱਕ ਦਿਨ ਮੈਂ ਕੀ ਕੀਤਾ ਕਿ ਬੇਟੇ ਅੱਜ ਅਸੀਂ ਨਾ, ਤੁਸੀਂ ਘਰ ਦੇ ਵਿੱਚ ਕਾਗਜ਼ ਲੈ ਕੇ ਜਹਾਜ਼ ਬਣਾਉਂਦੇ ਸੀਗੇ, ਤਾਂ ਤੁਸੀਂ ਜਹਾਜ਼ ਬਣਾਉਣਾ, ਬਸ ਸਿੰਪਲ ਐਕਟੀਵਿਟੀ 6th ਕਲਾਸ ਦੇ ਸਟੂਡੈਂਟਸ ਲਈ ਸਿੰਪਲ ਐਕਟੀਵਿਟੀ ਕਿ ਜਹਾਜ਼ ਬਣਾਉਣਾ। ਤਾਂ ਉਹਨਾਂ ਨੇ ਜਹਾਜ਼ ਬਣਾਇਆ, ਲੇਕਿਨ ਮੇਰੇ ਕੋਲ 30 ਸਟੂਡੈਂਟ ਸੀਗੇ, ਔਰ 30 ਸਟੂਡੈਂਟਸ ਦਾ ਇਹ ਦੇਖਿਆ ਮੈਂ ਕਿ 30 ਦੇ 30 ਸਟੂਡੈਂਟਸ ਦੀ ਜਿਹੜੀ ਉਹ ਜਹਾਜ਼ ਕਾਗਜ਼ ਦਾ ਬਣਾਉਣ ਦੀ ਪਲਾਨਿੰਗ ਸੀਗੀ ਉਹ ਡਿਫਰੈਂਟ ਸੀਗੀ। ਤੇ ਜਦੋਂ ਉਹ ਬਣ ਕੇ ਸਾਹਮਣੇ ਆਏ ਸੀ ਮੇਰੇ, ਤਾਂ ਮੈਂ ਬੜਾ ਹੈਰਾਨ ਹੋਇਆ ਸੀ ਕਿ ਕਮਾਲ ਹੈ ਵੀ ਕੋਈ ਵੀ ਕਿਸੇ ਨਾਲ ਮੈਚ ਨਹੀਂ ਕਰ ਰਿਹਾ। ਤਾਂ ਯੂਨੀਵਰਸ ਦੇ ਵਿੱਚ ਵੀ ਇਹੀ ਹੈ ਵੀ ਅਸੀਂ ਕਿਸੇ ਨਾਲ ਮੈਚ ਨਹੀਂ ਕਰ ਰਹੇ। ਤੇ ਇੱਕ ਸਟੂਡੈਂਟ ਹੈ ਜਿਹੜਾ ਉਹ ਜਦੋਂ ਉਸ ਨੂੰ ਬਣਾਉਂਦਾ ਜਹਾਜ਼ ਨੂੰ, ਤਾਂ ਕਿਸੇ ਦੀ ਚੁੰਝ ਤਿੱਖੀ ਸੀ, ਕਿਸੇ ਨੇ ਉਸਦੇ ਪਰ ਜਿਹੜੇ ਆ ਹੋਰ ਤਰ੍ਹਾਂ ਮੋੜੇ ਹੋਏ ਸੀ, ਇੱਕ ਬੱਚੇ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ। ਉਸਨੇ ਕੀ ਕੀਤਾ ਕਿ ਜਹਾਜ਼ ਨੂੰ ਮੈਂ ਜਦੋਂ ਕਿਹਾ ਵੀ ਹੁਣ ਤੁਹਾਡੀ ਆ ਟ੍ਰਾਇਲ ਹੋਣਾ ਹੈ, ਆਪਾਂ ਨੇ ਉਡਾ ਕੇ ਦੇਖਣਾ, ਔਰ ਜਿਸ ਦਾ ਜਹਾਜ਼ ਸਭ ਤੋਂ ਵਧੀਆ ਉੱਡੂਗਾ ਉਸ ਨੂੰ ਮੈਂ ਪ੍ਰਾਈਜ਼ ਦੇਣਾ। ਤਾਂ ਉਸ ਵਕਤ ਤਾਂ ਮਤਲਬ ਹੈਰਾਨੀ ਦੀ ਗੱਲ ਇਹ ਹੋਈ ਕਿ ਇੱਕ ਬੱਚੇ ਨੇ ਉਸਦੇ ਵਿੱਚ ਛੋਟੇ ਛੋਟੇ ਕਾਗਜ਼ ਦੇ ਟੁਕੜੇ ਕਰਕੇ ਨਾ ਜੀ, ਉਸ ਐਰੋਪਲੇਨ ਦੀ ਉਹ ਜਿਹੜੀ ਫੋਲਡਿੰਗ ਹੁੰਦੀ ਹੈ ਉਸ ਦੇ ਵਿੱਚ ਪਾ ਕੇ ਤੇ ਮੇਰੇ ਵੱਲ ਨੂੰ ਸਿੱਟਿਆ, ਤੇ ਉਹ ਫੁੱਲਾਂ ਦੀ ਵਰਖਾ ਕਰਦਾ ਆਇਆ। ਹਾਊ ਅਮੇਜ਼ਿੰਗ ਦੈਟ ਸੀਨ, ਕਿ ਮੈਂ ਬੜਾ ਹੈਰਾਨ ਹੋਇਆ ਵੀ ਬੱਚਿਆਂ ਦੇ ਵਿੱਚ ਇੰਨੀ ਮਤਲਬ ਕਲਾ ਹੁੰਦੀ ਹੈ, ਤੇ ਉਹ ਸਾਨੂੰ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਲੈ ਜਾਂਦੇ ਆ, ਜਦ ਕਿ ਲਿਜਾਣ ਲਈ ਅਸੀਂ ਆਏ ਹੁੰਨੇ ਆ, ਪਰ ਲੈ ਕੇ ਉਹ ਚਲੇ ਜਾਂਦੇ ਆ ਸਾਨੂੰ। ਤਾਂ ਉਹ ਜਿਹੜੀ ਸੀਨ ਸੀਗਾ ਮੈਨੂੰ ਯਾਦ ਆਉਂਦਾ ਕਿ ਬੱਚਿਆਂ ਦੇ ਵਿੱਚ ਜਦੋਂ ਵਿਚਰਦੇ ਆ ਨਾ, ਇਸੇ ਲਈ ਟੀਚਰ ਜਿਹੜੇ ਆ, ਮੋਸਟਲੀ ਟੀਚਰਸ ਆ, ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਘੰਟੀ ਦੀ ਆਵਾਜ਼ ਹੀ ਨਹੀਂ ਸੁਣਦੀ, ਤੇ ਬਾਹਰ ਟੀਚਰ ਖੜਾ ਕਹਿ ਰਿਹਾ ਹੁੰਦਾ ਵੀ ਆ ਜਾਓ ਹੁਣ ਬਾਹਰ ਆ ਜਾਓ, ਮੈਂ ਵੀ ਲਾ ਲਾਂ ਪੀਰੀਅਡ। ਤਾਂ ਉਹ ਕਹਿੰਦੇ ਅੱਛਾ ਟਾਈਮ ਹੋ ਗਿਆ। ਤਾਂ ਮਤਲਬ ਇਹ ਕੀ ਹੈ, these are the moments the teacher is enjoying his or her lecture or demonstration with। ਉਹ ਉਹਦਾ ਆਪਣਾ ਆਪਣਾ ਹਰ ਇੱਕ ਦਾ ਗੋਡ ਗਿਫਟਡ ਹੈ ਸਾਰੇ। ਇਹ ਬੜਾ ਅੱਛਾ ਹੈ ਜਿਹੜਾ ਤੁਸੀਂ ਸਾਰਾ ਪਲਾਨ ਕਰਦੇ ਹੋ, ਸਿਖਾਉਂਦੇ ਹੋ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਟੀਚਰ ਹਮੇਸ਼ਾ ਤੇ ਹਮੇਸ਼ਾ ਇੰਡੀਪੈਂਡੈਂਟ ਰਹਿਣਾ ਜ਼ਰੂਰੀ ਹੈ। ਉਸ ਤੇ ਕੁਝ ਵੀ ਥੋਪਿਆ ਨਹੀਂ ਜਾਣਾ ਚਾਹੀਦਾ ਕਿ ਨਹੀਂ ਜੋ ਮੈਂ ਕਿਹਾ ਉਸੇ ਤਰ੍ਹਾਂ ਤੂੰ ਕਰੇਗਾ, ਨਹੀਂ, ਉਸ ਨੂੰ ਫ੍ਰੀ ਰਹਿਣ ਦਿਓ, ਉਸ ਨੂੰ ਕੁਝ ਆਪਣਾ ਬਾਹਰ ਕੱਢਣ ਦਿਓ, ਉਸ ਨੂੰ ਕੁਝ ਕਰਨ ਦਿਓ, ਆਪਣੇ ਆਪ ਕਰਨ ਦਿਓ, ਤਾਂ ਬਹੁਤ ਕੁਝ ਕਰ ਸਕਦਾ ਉਹ। ਤਾਂ ਕੀ ਨਹੀਂ ਕਰ ਸਕਦਾ ਉਹ, ਐਸੇ ਤੁਹਾਡੇ ਕੋਲ ਮਤਲਬ ਵੀ ਹੁਣ ਦੇਖਿਆ ਅਸੀਂ ਸਕੂਲਾਂ ਦੇ ਵਿੱਚ ਐਸੇ ਸਮਾਰਟ ਸਕੂਲਸ, ਐਸੇ ਉਹਨਾਂ ਦੇ ਵਿੱਚ ਪਾਰਕਸ ਦੀ ਜਿਹੜੀ ਮਤਲਬ ਵੀ ਕੰਸਟਰਕਸ਼ਨ ਹੋਈ ਹੈ, ਮਤਲਬ ਹਰ ਇੱਕ ਜਗ੍ਹਾ ਅਲੱਗ ਆਈਡੀਆ, ਹਰ ਇੱਕ ਜਗ੍ਹਾ ਅਲੱਗ ਆਈਡੀਆ, ਨਵੇਂ ਤੋਂ ਨਵੀਂ ਚੀਜ਼। ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤਾਂ ਹੀ ਪੋਸੀਬਲ ਹੋਣਗੀਆਂ ਜੇ ਅਸੀਂ ਟੀਚਰ ਨੂੰ ਇੰਡੀਪੈਂਡੈਂਟ ਰੱਖਾਂਗੇ। ਇੰਡੀਪੈਂਡੈਂਟ ਇਨ ਦਾ ਸੈਂਸ ਕਿ ਉਸ ਨੂੰ ਆਈਡੀਆਜ਼ ਦਿਓ, ਉਸ ਨੂੰ ਲਾਈਨ ਤੇ ਲੈ ਕੇ ਆਓ, ਪਰ ਉਸ ਨੂੰ ਕਰਨ ਦੇ ਲਈ ਕਹੋ ਕਿ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰਕੇ ਦਿਖਾ, ਸਾਨੂੰ ਆਊਟਪੁੱਟ ਅਸੀਂ ਲੈਣੀ ਹੈ, ਚੈੱਕ ਸਾਡਾ ਹੈਗਾ ਹੀ ਹੈਗਾ, ਠੀਕ ਹੈ। ਤਾਂ ਹੁਣ ਗੱਲ ਮੈਂ ਜਿਹੜੀ ਤੁਹਾਡੇ ਨਾਲ 1996 ਦੀ ਸ਼ੇਅਰ ਕਰਨ ਲੱਗਿਆ ਕਿ ਮੈਂ ਕਲਾਸ ਦੇ ਵਿੱਚ ਜਾ ਕੇ 6th ਕਲਾਸ ਦੇ ਸਟੂਡੈਂਟਸ ਨੂੰ ਇਹ ਗੱਲ ਕਹੀ ਕਿ ਬੇਟੇ ਮੇਰੇ ਕੋਲ ਨਾ ਇੱਕ ਮੈਥਡ ਹੈ, ਤੇ ਮੈਂ ਉਸ ਮੈਥਡ ਦੇ ਨਾਲ ਤੁਹਾਡੇ ਸਾਰਿਆਂ ਦੇ ਬ੍ਰਦਰ ਸਿਸਟਰ ਦੱਸ ਸਕਦਾ ਕਿੰਨੇ। ਬਸ ਇੰਨੀ ਮੇਰੀ ਕਹਿਣ ਦੀ ਗੱਲ ਸੀ। ਸਾਰੀ ਦੀ ਸਾਰੀ ਕਲਾਸ 'ਚ ਸਨਾਟਾ ਛਾ ਗਿਆ, ਚੁੱਪਚਾਪ ਫੋਕਸ ਹੋ ਗਏ, ਮੇਰੇ ਵੱਲ ਦੇਖਣ ਲੱਗ ਗਏ ਕਿ ਸਰ ਹਾਊ ਇਜ਼ ਇਟ ਪੋਸੀਬਲ, ਹੈ ਨਾ। ਤੇ ਜਦੋਂ ਉਹਨਾਂ ਦੇ ਨਾਲ ਮੈਂ ਮੈਥਡ ਸ਼ੇਅਰ ਕੀਤਾ ਤਾਂ ਮੈਂ ਕਿਹਾ ਇਹ ਕੋਈ ਜਾਦੂ ਨਹੀਂ ਹੈਗਾ, ਇਹ ਤਾਂ ਲੌਜੀਕ ਹੈ ਮੈਥਮੈਟਿਕਸ ਦਾ, ਕਿ ਇਸ ਲੌਜਿਕ ਦੇ ਨਾਲ ਤੁਸੀਂ ਕਰ ਸਕਦੇ ਹੋ। ਤੇ ਉਹਨਾਂ ਨੇ ਇੰਜੋਏ ਕੀਤਾ, ਉਹਨਾਂ ਨੇ ਖੁਦ ਕਰਕੇ ਦੇਖਿਆ, ਤੇ ਫਿਰ ਉਹ ਜਦੋਂ ਉਹਨਾਂ ਨੇ ਕਰਕੇ ਦੇਖਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਹੁਣ ਤੁਸੀਂ ਜਾ ਕੇ ਇਸ ਨੂੰ ਅਪਲਾਈ ਕਿੱਥੇ ਕਰੋਗੇ। ਕਹਿੰਦੇ ਜੀ ਘਰ ਜਾ ਕੇ ਮੰਮੀ ਪਾਪਾ ਨੂੰ ਨਾਲ ਦੀ ਨਾਲ ਪੁੱਛਾਂਗੇ, ਤੇ ਹੈ ਨਾ, ਜਾਂ ਕੋਈ ਫਰੈਂਡ ਮਿਲ ਗਿਆ ਉਸ ਨੂੰ ਪੁੱਛਾਂਗੇ। ਮਤਲਬ ਇਹ ਕੀ ਹੈ ਕਿ ਜਿਹੜਾ ਚੀਜ਼ ਅਸੀਂ ਦੇਤੀ ਹੈ ਨਾ ਉਸ ਦੀ ਐਪਲੀਕੇਸ਼ਨ ਜ਼ਰੂਰੀ ਹੈ, ਉਸ ਨੂੰ ਕਿੱਥੇ ਬੱਚਾ ਅਪਲਾਈ ਕਰਦਾ, ਉਸ ਚੋਂ ਆਊਟਪੁੱਟ ਕੀ ਲੈਂਦਾ ਹੈਗਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ। ਤਾਂ ਉਹ ਸੀਨ ਜਦੋਂ ਲੰਘਿਆ, ਕਲਾਸਰੂਮ ਖਤਮ ਹੋਇਆ ਸਾਡਾ ਕਲਾਸ ਦਾ ਸੈਸ਼ਨ, ਤਾਂ ਉਸ ਤੋਂ ਬਾਅਦ ਮੈਂ ਦੇਖਿਆ ਕਿ ਰਿਸੈਸ ਦੇ ਵਿੱਚ ਮੇਰੇ ਕੋਲ 4-5 ਬੱਚੇ ਫੇਰ ਆ ਗਏ, ਔਰ ਮੈਨੂੰ ਕਹਿਣ ਲੱਗੇ ਸਰ ਇਜ਼ देयर एनी ਮੋਰ ਮੈਥਡ ਲਾਈਕ ਦਿਸ, ਕਿ ਇਹ ਜਿਹਾ ਇੱਕ ਹੋਰ ਮੈਥਡ ਦਿਓ ਸਰ ਸਾਨੂੰ। ਬਸ ਉਹੀ ਚੀਜ਼ ਸੀ ਕਿ ਟੀਚਰ ਨੇ ਬੱਚੇ ਨੂੰ ਕੀ ਦਿੱਤਾ ਸੀ ਤੇ ਬੱਚਿਆਂ ਨੇ ਟੀਚਰ ਤੋਂ ਕੀ ਲਿਆ ਸੀ, ਤੇ ਉਸ ਦੀ ਸ਼ੇਅਰਿੰਗ ਹੋਣ ਦੇ ਨਾਲ ਗੱਲ ਕਿੱਥੇ ਤੱਕ ਪਹੁੰਚ ਗਈ ਸੀ, ਵਿੱਚ ਇੰਟਰਸਟ ਆ ਗਿਆ ਸੀ, ਵਿੱਚ ਇਹ ਆਈ ਡੂ, ਵੀ ਡੂ, ਯੂ ਡੂ ਆ ਗਿਆ ਸੀ, ਔਰ ਵਿੱਚ ਪਲਾਨਿੰਗ ਆ ਗਈ ਸੀ, ਵਿੱਚ ਸਾਰਾ ਡੈਮੋਨਸਟ੍ਰੇਸ਼ਨ ਹੋ ਗਈ ਸੀ। ਮਤਲਬ ਇੱਕ ਚੀਜ਼ ਦੇ ਨਾਲ ਹੀ ਅਸੀਂ ਸਾਰਾ ਕੁਝ ਕਵਰ ਕਰ ਸਕਦੇ ਹਾਂ ਜੇ ਚਾਹੀਏ ਤਾਂ। ਹੁਣ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕਿ ਇੱਕ ਦਿਨ ਮੈਂ ਇਸ ਤਰ੍ਹਾਂ ਦੇ ਨਾਲ ਇੱਕ ਬੈਲੂਨ ਲਿੱਤਾ, ਔਰ ਬੈਲੂਨ ਲੈ ਕੇ ਕਲਾਸਰੂਮ ਦੇ ਵਿੱਚ ਜਾ ਕੇ ਟੇਬਲ ਦੇ ਉੱਤੇ ਰੱਖ ਦਿੱਤਾ, ਬਸ। ਔਰ ਮੈਂ ਕੀਤਾ ਕੁਝ ਨਹੀਂ, ਨੋਇੰਗਲੀ
ਔਰ ਜਦੋਂ ਕਲਾਸ ਖਤਮ ਹੋਈ ਤੇ ਮੈਂ ਜਾਣ ਲੱਗਿਆ ਤਾਂ ਬੱਚੇ ਮੈਨੂੰ ਪੁੱਛ ਰਹੇ ਸੀਗੇ ਕਿ ਸਰ ਅੱਜ ਤੁਸੀਂ ਬੈਲੂਨ ਲੈ ਕੇ ਆਏ ਸੀ, ਤੁਸੀਂ ਕੁਝ ਕਰਕੇ ਤਾਂ ਦਿਖਾਇਆ ਨਹੀਂ। ਮੈਂ ਕਿਹਾ ਬਸ ਇਹੀ ਕਰਕੇ ਦਿਖਾਣਾ ਸੀਗਾ। ਮੈਂ ਇਹ ਚਾਹੁੰਦਾ ਸੀਗਾ ਕਿ ਕਿੰਨੇ ਬੱਚੇ ਆ ਜਿਹੜੇ ਮੇਰੇ ਤੋਂ ਇਹ ਪੁੱਛਣ ਦੇ ਲਈ ਤਿਆਰ ਹੈ ਕਿ ਸਰ ਅੱਜ ਤੁਸੀਂ ਕੁਝ ਨਵਾਂ ਲੈ ਕੇ ਆਏ ਸੀ ਪਰ ਤੁਸੀਂ ਕਰਕੇ ਨਹੀਂ ਦਿਖਾਇਆ। ਤਾਂ ਕੁਐਸਚਨਿੰਗ ਬੱਚਿਆਂ 'ਚ ਕਿਸ ਤਰ੍ਹਾਂ ਪਾਈ ਜਾਵੇ ਕਿ ਕੁਝ ਇਸ ਤਰ੍ਹਾਂ ਦੀ ਚੀਜ਼